ਸਵਾਗਤ ਹੈ ਬੱਚਿਓ ਤੁਹਾਡਾ ਇੱਕ ਵਾਰ ਫਿਰ ਅੱਜ ਦੀ ਸਮਾਜਿਕ ਸਿੱਖਿਆ ਦੀ ਇਸ ਵੀਡੀਓ ਦੇ ਵਿੱਚ। ਅੱਜ ਅਸੀਂ ਇਸ ਵੀਡੀਓ ਦੇ ਵਿੱਚ NTSC ਰਿਲੇਟਡ ਸ਼ੀਟ ਨੰਬਰ 7 ਹੱਲ ਕਰਾਂਗੇ। ਸੋ ਆਓ ਸਟਾਰਟ ਕਰੀਏ। ਪਹਿਲਾ ਪ੍ਰਸ਼ਨ ਹੈ, ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਤੋਂ ਇੱਕ ਤੋਂ ਜ਼ਿਆਦਾ ਵਾਰ ਫਸਲ ਬੀਜਣ ਨੂੰ ਕੀ ਕਹਿੰਦੇ ਹਨ? ਹਾਂਜੀ, ਕੀ ਕਿਹਾ ਜਾਂਦਾ ਗਾ? ਬਹੁ ਖੇਤੀ। ਇਸ ਨੂੰ ਬਹੁ ਫਸਲੀ ਪ੍ਰਣਾਲੀ ਵੀ ਕਹਿੰਦੇ ਹਨ। ਠੀਕ ਹੈ ਜੀ, ਬਹੁ ਖੇਤੀ ਜਾਂ ਬਹੁ ਫਸਲੀ ਪ੍ਰਣਾਲੀ। ਅਗਲਾ ਪ੍ਰਸ਼ਨ, ਡੈਸ਼ ਖੇਤਰ ਵਿੱਚ ਮਜ਼ਦੂਰ ਕੋਈ ਵੀ ਭੌਤਿਕ ਵਸਤੂ ਦਾ ਉਤਪਾਦਨ ਨਹੀਂ ਕਰਦਾ ਹੈ। ਹਾਂਜੀ, ਕਿਹੜਾ ਖੇਤਰ ਹੁੰਦਾ ਗਾ ਉਹ? ਤੀਜਾ ਖੇਤਰ। ਅਗਲਾ ਪ੍ਰਸ਼ਨ, ਭਾਰਤ ਵਿੱਚ ਯੋਜਨਾ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? ਹਾਂਜੀ, ਕਦੋਂ ਕੀਤੀ ਗਈ? 1950 ਦੇ ਵਿੱਚ, ਪਲੈਨਿੰਗ ਕਮਿਸ਼ਨ। ਅਗਲਾ ਪ੍ਰਸ਼ਨ, ਭਾਰਤ ਵਿੱਚ ਯੋਜਨਾ ਕਮਿਸ਼ਨ ਨੇ ਕਦੋਂ ਕੰਮ ਕਰਨਾ ਸ਼ੁਰੂ ਕੀਤਾ? ਹਾਂਜੀ, ਕਦੋਂ ਕੀਤਾ? 1951 ਦੇ ਵਿੱਚ। ਸਥਾਪਨਾ 1950 ਦੇ ਵਿੱਚ ਹੋ ਗਈ ਸੀ, ਪਰ ਕੰਮ ਕਰਨਾ ਕਦੋਂ ਸਟਾਰਟ ਕੀਤਾ? 1951 ਦੇ ਵਿੱਚ। ਭਾਰਤ ਵਿੱਚ ਯੋਜਨਾ ਕਮਿਸ਼ਨ ਦਾ ਪ੍ਰਧਾਨ ਕੌਣ ਹੁੰਦਾ ਗਾ? ਹਾਂਜੀ, ਕੌਣ ਹੁੰਦਾ ਗਾ? ਪ੍ਰਧਾਨ ਮੰਤਰੀ। ਜਿੰਨੇ ਵੀ ਯੋਜਨਾ ਕਮਿਸ਼ਨ, ਪਲੈਨਿੰਗ ਕਮਿਸ਼ਨ ਸੀ, ਉਹਦਾ ਪ੍ਰਧਾਨ ਹਮੇਸ਼ਾ ਕੌਣ ਹੁੰਦਾ ਗਾ? ਪ੍ਰਧਾਨ ਮੰਤਰੀ। ਭਾਰਤ ਵਿੱਚ ਮੌਦਰਿਕ ਨੀਤੀ ਨੂੰ ਸਿੱਧੇ ਤੌਰ 'ਤੇ ਕੌਣ ਨਿਯੰਤਰਿਤ ਕਰਦਾ ਗਾ? ਹਾਂਜੀ, ਕੌਣ ਕਰਦਾ ਗਾ? ਭਾਰਤੀ ਰਿਜ਼ਰਵ ਬੈਂਕ, RBI, ਰਿਜ਼ਰਵ ਬੈਂਕ ਆਫ ਇੰਡੀਆ। ਹਾਂਜੀ, ਅਗਲਾ ਪ੍ਰਸ਼ਨ, ਭਾਰਤ ਵਿੱਚ ਪਹਿਲੀ 5 ਸਾਲਾ ਯੋਜਨਾ ਦਾ ਸਮਾਂ ਕਾਲ ਕੀ ਸੀ? ਹਾਂਜੀ, ਕੀ ਸੀ? 1951 ਤੋਂ 56। ਤੁਹਾਨੂੰ ਪੁੱਛਿਆ ਜਾਵੇ 5 ਸਾਲਾ ਯੋਜਨਾ ਕਦੋਂ ਸਟਾਰਟ ਹੋਈਆਂ, ਤਾਂ ਕਦੋਂ ਸਟਾਰਟ ਹੋਈਆਂ? 1951 ਦੇ ਵਿੱਚ। ਅਤੇ ਪਹਿਲੀ 5 ਸਾਲਾ ਯੋਜਨਾ ਦਾ ਸਮਾਂ ਕੀ ਸੀ? 1951 ਤੋਂ 56। ਹਾਂਜੀ, ਅਗਲਾ ਪ੍ਰਸ਼ਨ, ਸਧਾਰਨ ਕੀਮਤ ਵਿੱਚ ਨਿਰੰਤਰ ਅਤੇ ਅਧਿਕ ਵਾਧੇ ਨੂੰ ਕੀ ਕਿਹਾ ਜਾਂਦਾ ਗਾ? ਹਾਂਜੀ, ਕੀ ਕਿਹਾ ਜਾਂਦਾ ਗਾ? ਮੁਦਰਾ ਸਫੀਤੀ। ਆਪਾਂ ਪੜ੍ਹਦੇ ਹਾਂ ਨਾ, ਕੀਮਤ ਪੱਧਰ ਵਿੱਚ ਲਗਾਤਾਰ ਹੋਣ ਵਾਲਾ ਵਾਧਾ ਕੀ ਕਹਾਉਂਦਾ ਗਾ? ਮੁਦਰਾ ਸਫੀਤੀ। ਹਾਂਜੀ, ਅਗਲਾ ਪ੍ਰਸ਼ਨ, ਏਕਾਧਿਕਾਰ ਬਾਜ਼ਾਰ ਵਿੱਚ ਔਸਤ ਆਮਦਨ ਅਤੇ ਸੀਮਾਂਤ ਆਮਦਨ ਵਿੱਚ ਡੈਸ਼ ਸੰਬੰਧ ਹੈ? ਔਸਤ ਆਮਦਨ ਛੋਟੀ ਹੈ ਕਿਤੋਂ, ਵੱਡੀ ਹੈ ਕਿਸ ਤੋਂ? ਸੀਮਾਂਤ ਆਮਦਨ ਤੋਂ। ਔਸਤ ਆਮਦਨ ਵੱਡੀ ਹੈ ਕਿਤੋਂ? ਸੀਮਾਂਤ ਆਮਦਨ ਤੋਂ। ਹਾਂਜੀ, ਅਗਲਾ ਪ੍ਰਸ਼ਨ, ਉਪਭੋਗ ਖਰਚ ਅਤੇ ਆਮਦਨ ਦਾ ਅਨੁਪਾਤ ਹੁੰਦਾ ਹੈ? ਹਾਂਜੀ, ਇਹਦੇ ਲਈ ਜਿਹੜੀ ਸੈਕਿੰਡ ਆਪਸ਼ਨ ਹੈ ਸਾਡੀ ਉਹ ਆ ਜਾਣੀ ਹੈਗੀ। ਅਗਲਾ ਪ੍ਰਸ਼ਨ, ਉਪਭੋਗਤਾ ਸੰਰਖਣ ਐਕਟ ਕਦੋਂ ਲਾਗੂ ਹੋਇਆ ਸੀ? ਹਾਂਜੀ, ਕਦੋਂ ਲਾਗੂ ਹੋਇਆ ਸੀ? 1986 ਦੇ ਵਿੱਚ। ਉਪਭੋਗਤਾ ਸੰਰਖਣ ਐਕਟ ਦਾ ਮਤਲਬ ਸੀ ਉਪਭੋਗਤਾਵਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੀ ਇੱਕ ਐਕਟ ਪਾਸ ਕੀਤਾ ਸੀ, ਉਸ ਦਾ ਨਾਮ ਉਪਭੋਗਤਾ ਸੰਰਖਣ ਐਕਟ ਸੀ। 1986 'ਚ ਪਾਸ ਹੋਇਆ ਸੀ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੇ ਗੁਆਂਢੀ ਮੁਲਕ ਦੀ ਮਨੁੱਖੀ ਵਿਕਾਸ ਦੇ ਮਾਮਲਿਆਂ ਵਿੱਚ ਵਧੀਆ ਪੇਸ਼ਕਾਰੀ ਰਹੀ ਹੈਗੀ? ਹਾਂਜੀ, ਕਿਹੜਾ ਸੀ? ਸ਼੍ਰੀਲੰਕਾ। ਹਾਂਜੀ, ਅਗਲਾ ਪ੍ਰਸ਼ਨ, ਭਾਰਤ ਵਿੱਚ ਕਰੰਸੀ ਜਾਰੀ ਕਰਨ ਦੀ ਅਥਾਰਟੀ ਕਿਸ ਕਿਸ ਕੋਲ ਹੈ? ਹਾਂਜੀ, ਕੌਣ ਜਾਰੀ ਕਰਦਾ ਭਾਰਤ ਵਿੱਚ ਕਰੰਸੀ? ਰਿਜ਼ਰਵ ਬੈਂਕ ਆਫ ਇੰਡੀਆ, RBI। ਹਾਂਜੀ, ਅਗਲਾ ਪ੍ਰਸ਼ਨ, ਭਾਰਤ ਸਰਕਾਰ ਦੁਆਰਾ 1969 ਵਿੱਚ ਕਿੰਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ? ਹਾਂਜੀ, ਕਿੰਨੇ ਦਾ ਕੀਤਾ ਗਿਆ? 14 ਦਾ। ਅਗਲਾ ਪ੍ਰਸ਼ਨ, ਭਾਰਤ ਸਰਕਾਰ ਦੁਆਰਾ 1980 ਈਸਵੀ ਵਿੱਚ ਕਿੰਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ? ਹਾਂਜੀ, ਵੈਸੇ 7 ਸੀ, ਸਾਡੇ ਕੋਲ ਇੱਥੇ ਆਪਸ਼ਨ ਨਹੀਂ, ਇਸ ਕਰਕੇ ਅਸੀਂ 6 ਲਗਾਵਾਂਗੇ। ਠੀਕ ਹੈ, 1980 ਵਿੱਚ ਕਿੰਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ? 7, ਪਰ ਸਾਡੇ ਕੋਲ ਇੱਥੇ ਆਪਸ਼ਨ ਨਹੀਂ ਸੀ, ਇਸ ਕਰਕੇ ਅਸੀਂ ਉਹਦੇ ਲਾਗੇ ਜਿਹੜੀ ਆਪਸ਼ਨ ਹੈਗੀ 6 ਉਹ ਲਗਾਈ ਹੈਗੀ। ਅਗਲਾ ਪ੍ਰਸ਼ਨ, ਸਰਕਾਰ ਦੀ ਆਮਦਨ, ਖਰਚ ਅਤੇ ਕਰਜ਼ੇ ਸੰਬੰਧੀ ਨੀਤੀ ਕੀ ਕਹਾਉਂਦੀ ਹੈ? ਹਾਂਜੀ, ਕਿਹੜੀ ਨੀਤੀ ਹੁੰਦੀ ਹੈਗੀ ਉਹ? ਰਾਜਕੋਸ਼ੀ ਨੀਤੀ। ਅਗਲਾ ਪ੍ਰਸ਼ਨ, ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਕੀਤੀ ਗਈ? ਕਦੋਂ ਕੀਤੀ ਗਈ? 1935 ਦੇ ਵਿੱਚ। ਇੱਥੇ ਤੁਹਾਨੂੰ ਦੱਸ ਦਈਏ, ਜਿਹੜਾ ਰਿਜ਼ਰਵ ਬੈਂਕ ਹੈ ਉਹ ਕਿਹੜੇ ਕਿਹੜੇ ਕੰਮ ਕਰਦਾ? ਇੱਕ ਤਾਂ ਨੋਟ ਜਾਰੀ ਕਰਦਾ ਗਾ, ਠੀਕ ਹੈ। ਦੂਸਰਾ, ਜਿੰਨੇ ਵੀ ਬੈਂਕ ਹੈ ਉਹਨਾਂ ਦਾ ਸੰਚਾਲਨ ਕਰਦਾ ਗਾ। ਹਾਂਜੀ, ਅਗਲਾ ਪ੍ਰਸ਼ਨ, ਨਬਾਰਡ ਦੀ ਸਥਾਪਨਾ ਕਦੋਂ ਕੀਤੀ ਗਈ?
ਹਾਂਜੀ, ਨਬਾਰਡ ਦੀ ਸਥਾਪਨਾ ਸੀ ਕਦੋਂ ਕੀਤੀ ਗਈ? 1982 ਦੇ ਵਿੱਚ। ਨਬਾਰਡ ਦਾ ਜਿਹੜਾ ਪੂਰਾ ਨਾਮ ਹੈਗਾ ਉਹ ਹੈਗਾ ਨੈਸ਼ਨਲ ਬੈਂਕ ਫॉर एग्रीकल्चर एंड रूरल डिवेलपमेंट। ठीक है जी, नबार्ड का पूरा नाम हैगा नैशनल बैंक फॉर एग्रीकल्चर एंड रूरल डिवेलपमेंट। कदों स्थापना हुई सी इस बैंक की? 1982 ਦੇ ਵਿੱਚ। ਹਾਂਜੀ, अगला प्रश्न, किस बैंक ਦੀਆਂ ਸ਼ਾਖਾਵਾਂ ਸਭ ਤੋਂ ਵੱਧ ਹਨ? ਕਿਸ ਦੀਆਂ ਨੇ ਜੀ? SBI ਦੀਆਂ, ਸਟੇਟ ਬੈਂਕ ਆਫ ਇੰਡੀਆ ਦੀਆਂ। ਹਰੀ ਕ੍ਰਾਂਤੀ ਦੀ ਸ਼ੁਰੂਆਤ ਕਦੋਂ ਹੋਈ? ਹਾਂਜੀ, ਕਦੋਂ ਹੋਈ? 1966-67 ਦੇ ਵਿੱਚ। ਹਾਂਜੀ, ਹਰੀ ਕ੍ਰਾਂਤੀ ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ? ਫਸਲਾਂ ਨਾਲ। ਵੈਰੀ ਗੁੱਡ। ਅਗਲਾ, ਦਾਲਾਂ ਦੇ ਉਤਪਾਦਨ ਵਿੱਚ ਸਭ ਤੋਂ ਵੱਡਾ ਦੇਸ਼ ਕਿਹੜਾ ਗਾ? ਹਾਂਜੀ, ਕਿਹੜਾ ਗਾ? ਭਾਰਤ। ਭਾਰਤ ਵਿੱਚ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਗਾ? ਡਾਕਟਰ ਨਾਰਮਨ ਬੋਰਲੌਗ ਨੂੰ। ਹਾਂਜੀ, ਅਗਲਾ ਪ੍ਰਸ਼ਨ, ICICI ਬੈਂਕ ਦੀ ਸਥਾਪਨਾ ਕਦੋਂ ਕੀਤੀ ਗਈ? 1955 ਈਸਵੀ ਦੇ ਵਿੱਚ। ਹੁਣ ਤੱਕ ਭਾਰਤ ਵਿੱਚ ਕਿੰਨੀਆਂ 5 ਸਾਲਾ ਯੋਜਨਾਵਾਂ ਮੁਕੰਮਲ ਹੋ ਚੁੱਕੀਆਂ ਹਨ? ਹਾਂਜੀ, ਕਿੰਨੀ ਹੋ ਗਈਆਂ? 12। ਪਹਿਲੀ 5 ਸਾਲਾ ਯੋਜਨਾ 1951 ਤੋਂ 1956 ਸੀ ਅਤੇ 12ਵੀਂ ਸੀ ਜਿਹੜੀ ਉਹ 2012 ਤੋਂ 2017 ਤੱਕ ਸੀ। ਠੀਕ ਹੈ ਜੀ, ਪਹਿਲੀ ਅਤੇ 12ਵੀਂ। ਪਹਿਲੀ 1951 ਤੋਂ 56 ਤੱਕ ਸੀ ਅਤੇ ਜਿਹੜੀ ਲਾਸਟ ਜਾਂ ਅਖੀਰਲੀ ਉਹ 12ਵੀਂ ਸੀ ਜਿਹੜੀ 2012 ਤੋਂ 2017 ਤੱਕ ਸੀ। ਇਸ ਤੋਂ ਬਾਅਦ ਸਾਡੇ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ 5 ਸਾਲਾਂ ਯੋਜਨਾਵਾਂ ਬੰਦ ਕਰ ਦਿੱਤੀਆਂ। ਹਾਂਜੀ, ਅਗਲਾ ਪ੍ਰਸ਼ਨ, ਭਾਰਤ ਦੀ ਨਵੀਂ ਉਦਯੋਗਿਕ ਨੀਤੀ ਕਿਸ ਸਾਲ ਲਾਗੂ ਕੀਤੀ ਗਈ? ਹਾਂਜੀ, ਕਦੋਂ ਲਾਗੂ ਕੀਤੀ ਗਈ? 1991 ਦੇ ਵਿੱਚ। ਲਘੂ ਉਦਯੋਗ ਵਿੱਚ ਨਿਵੇਸ਼ ਦੀ ਸੀਮਾ ਕਿੰਨੀ ਹੈ? ਹਾਂਜੀ, ਕਿੰਨੀ ਹੁੰਦੀ ਹੈਗੀ? 3 ਕਰੋੜ। 25 ਲੱਖ ਤੋਂ ਲੈ ਕੇ 3 ਕਰੋੜ ਰੁਪਏ ਤੱਕ ਦੀ ਪੂੰਜੀ ਨਿਵੇਸ਼ ਦੀ ਸੀਮਾ ਹੁੰਦੀ ਹੈਗੀ। ਹਾਂਜੀ, ਅਗਲਾ ਪ੍ਰਸ਼ਨ, ਭਾਰਤ ਦੀ ਨਵੀਂ ਉਦਯੋਗਿਕ ਨੀਤੀ ਲਾਗੂ ਕਰਨ ਸਮੇਂ ਭਾਰਤ ਦੇ ਵਿੱਤ ਮੰਤਰੀ ਕੌਣ ਸਨ? ਹਾਂਜੀ, ਕੌਣ ਸਨ? ਡਾਕਟਰ ਮਨਮੋਹਨ ਸਿੰਘ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਭਾਰਤ ਦਾ ਮੁੱਖ ਨਿਰਯਾਤ ਕਿਹੜਾ ਹੈਗਾ? ਭਾਰਤ ਦੂਜੇ ਦੇਸ਼ਾਂ ਨੂੰ ਕਿਹੜੀ ਚੀਜ਼ ਭੇਜਦਾ ਗਾ? ਹਾਂਜੀ, ਕੀ ਭੇਜਦਾ ਗਾ? ਪਟਸਨ। ਹੇਠ ਲਿਖਿਆਂ ਵਿੱਚੋਂ ਭਾਰਤ ਦਾ ਮੁੱਖ ਨਿਰਯਾਤ ਕਿਹੜਾ ਗਾ? ਕਿਹੜੀ ਚੀਜ਼ ਮੰਗਵਾਉਂਦਾ ਗਾ? ਮਸ਼ੀਨਰੀ। ਹਾਂਜੀ, ਅਗਲਾ ਪ੍ਰਸ਼ਨ, ਭਾਰਤੀ ਯੋਜਨਾ ਕਮਿਸ਼ਨ ਦੀ ਥਾਂ 'ਤੇ ਹੁਣ ਭਾਰਤ ਵਿੱਚ ਕਿਸ ਨਵੀਂ ਸੰਸਥਾ ਦੀ ਸ਼ੁਰੂਆਤ ਕੀਤੀ ਗਈ? ਹਾਂਜੀ, ਕਿਹੜੀ ਨਵੀਂ ਸੰਸਥਾ ਵੀ? ਨੀਤੀ ਆਯੋਗ। ਇਹਦੀ ਸਥਾਪਨਾ 1 ਜਨਵਰੀ 2015 ਦੇ ਵਿੱਚ ਹੋਈ ਸੀ। ਠੀਕ ਹੈ, ਹੁਣ ਪਲੈਨਿੰਗ ਕਮਿਸ਼ਨ ਯੋਜਨਾ ਜਿਹੜਾ ਕਮਿਸ਼ਨ ਸੀ ਉਸ ਦੀ ਥਾਂ 'ਤੇ ਹੁਣ ਕੀ ਬਣਾਤਾ? ਨੀਤੀ ਆਯੋਗ। ਠੀਕ ਹੈ, ਅਤੇ ਜਿਵੇਂ ਯੋਜਨਾ ਕਮਿਸ਼ਨ ਦੇ ਵਿੱਚ ਪ੍ਰਧਾਨ ਕੌਣ ਹੁੰਦਾ ਸੀ? ਪ੍ਰਧਾਨ ਮੰਤਰੀ। ਤਾਂ ਨੀਤੀ ਆਯੋਗ ਦੇ ਵਿੱਚ ਵੀ ਪ੍ਰਧਾਨ ਕੌਣ ਹੋਊਗਾ? ਪ੍ਰਧਾਨ ਮੰਤਰੀ। ਠੀਕ ਹੈ ਜੀ, ਯੋਜਨਾ ਕਮਿਸ਼ਨ ਦੀ ਥਾਂ 'ਤੇ ਕੀ ਬਣ ਗਿਆ ਹੁਣ? ਨੀਤੀ ਆਯੋਗ। ਅਗਲਾ ਪ੍ਰਸ਼ਨ, ਭਾਰਤ ਦੇ ਕਿਸ ਪ੍ਰਾਂਤ ਵਿੱਚ ਜੂਨ 2019 ਵਿੱਚ ਦਿਮਾਗੀ ਬੁਖਾਰ ਕਾਰਨ ਕਈ ਬੱਚਿਆਂ ਦੀ ਮੌਤ ਹੋਈ? ਹਾਂਜੀ, ਕਿਹੜਾ ਰਾਜ ਸੀ? ਬਿਹਾਰ। ਅਗਲਾ ਪ੍ਰਸ਼ਨ, ਸਮੁੰਦਰੀ ਜਹਾਜ਼ਾਂ ਦਾ ਪ੍ਰਮੁੱਖ ਨਿਰਮਾਣ ਕੇਂਦਰ ਕਿੱਥੇ ਹੈ? ਸਾਰਿਆਂ ਨੂੰ ਪਤਾ ਹੋਊ, ਆਪਾਂ ਨਕਸ਼ਿਆਂ ਦੇ ਵਿੱਚ ਕੀਤਾ ਬੜੀ ਵਾਰ। ਹਾਂਜੀ, ਕੀ ਹੋਊਗਾ? ਵਿਸ਼ਾਖਾਪਟਨਮ। ਇੱਥੇ ਸਮੁੰਦਰੀ ਜਹਾਜ਼ ਬਣਾਏ ਜਾਂਦੇ ਹੈਗੇ। ਹਾਂਜੀ, ਅਗਲਾ ਪ੍ਰਸ਼ਨ, ਭਾਰਤੀ ਰਿਜ਼ਰਵ ਬੈਂਕ ਦਾ ਮੁੱਖ ਦਫ਼ਤਰ ਕਿੱਥੇ ਹੈ? ਹਾਂਜੀ, ਕਿੱਥੇ ਹੈ? ਮੁੰਬਈ ਦੇ ਵਿੱਚ। ਹਾਂਜੀ, ਅਗਲਾ ਪ੍ਰਸ਼ਨ, 1 ਰੁਪਏ ਦੇ ਨੋਟ ਉੱਪਰ ਕਿਸ ਦੇ ਹਸਤਾਖਰ ਹੁੰਦੇ ਹਨ? ਹਾਂਜੀ, ਕਿਹਦੇ ਹੁੰਦੇ ਹੈਗੇ? ਵਿੱਤ ਸਕੱਤਰ ਦੇ, ਮਿਨਿਸਟਰ ਆਫ ਫਾਈਨੈਂਸ। ਠੀਕ ਹੈ ਜੀ, ਇਸ ਤਰੀਕੇ ਨਾਲ ਅਸੀਂ ਅੱਜ 35 ਕੁਐਸਚਨ ਸ਼ੀਟ ਨੰਬਰ 7 ਦੇ ਵਿੱਚ ਕੀਤੇ ਹੈਗੇ। ਉਮੀਦ ਹੈ ਤੁਸੀਂ ਇਹ ਕੁਐਸਚਨ ਧਿਆਨ ਨਾਲ ਸੁਣੇ, ਪੜ੍ਹੇ ਅਤੇ ਲਿਖੇ ਹੋਣੇ। ਤੁਸੀਂ ਇਹਨਾਂ ਨੂੰ
ਚੰਗੀ ਤਰ੍ਹਾਂ ਯਾਦ ਕਰਿਓ ਤਾਂ ਜਿਹੜੀ ਤੁਹਾਡੀ NTSC ਦੀ ਤਿਆਰੀ ਆ ਵਧੀਆ ਢੰਗ ਦੇ ਨਾਲ ਹੋ ਸਕੇ। ਹਾਂਜੀ, ਜਲਦ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।